TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਪੰਜਾਬ ਵਿੱਚ ਇੱਕ ਹੋਰ ਵੱਡਾ ਘੁਟਾਲਾ ਬੇਪਰਦ। ਹਾਈ ਕੋਰਟ ਨੇ ਵਿਧਾਇਕ ਪਠਾਨ ਮਾਜਰਾ, ਉਹਨਾਂ ਦੇ ਭਾਣਜੇ ਅਤੇ ਪੰਜਾਬ ਦੇ ਪੁਲਿਸ ਮੁਖੀ ਨੂੰ ਨੋਟਿਸ ਕੀਤਾ ਜਾਰੀ। ਪੰਜਾਬ ਵਿੱਚ ਇੱਕ ਸਾਲ ਵਿੱਚ 2600 ਤੋਂ ਵੱਧ ਵਿਅਕਤੀਆਂ ਨੇ ਕੀਤੀ ਖੁਦਕੁਸ਼ੀ। NCRB ਦੀ ਰਿਪੋਰਟ ਦਾ ਦਾਅਵਾ। ਸਭ ਤੋਂ ਵੱਧ ਕੌਣ ਕਰਦਾ ਹੈ ਖੁਦਕੁਸ਼ੀਆਂ? ਇਸ ਰਿਪੋਰਟ ਵਿੱਚ ਹੈਰਾਨੀਜਨਕ ਤੱਥ। ਨਾਲਾਗੜ੍ਹ ਅਦਾਲਤ ਵਿੱਚ ਚੱਲੀ ਗੋਲੀ ਵਿੱਚ ਆਇਆ ਨਵਾਂ ਅਤੇ ਅਹਿਮ ਮੋੜ। ਟੈਂਡਰ ਘੁਟਾਲੇ ਵਿੱਚ ਵੀ ਨਵੀਆਂ ਪਰਤਾਂ ਅਤੇ ਕੈਪਟਨ ਅਤੇ ਮੋਦੀ ਦੀ ਮੁਲਾਕਾਤ ਦੇ ਚਰਚੇ। ਭਾਜਪਾ ਦੇ ਵਿੱਚ ਪਾਰਟੀ ਦੇ ਰਲੇਵੇਂ ਦੇ ਚਰਚੇ ਤੇਜ਼। ਦੋਸਤੋ, ਇਹਨਾਂ ਕੁਝ ਜਾਣਕਾਰੀਆਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਇੱਕ ਨਵੇਂ ਘੁਟਾਲੇ ਦਾ ਜ਼ਿਕਰ ਕਰਦੇ ਹਾਂ। ਨਿਤ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਦਰਅਸਲ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਮੁਹਿੰਮ ਵਿੱਢੀ ਹੋਈ ਹੈ। ਉਸੇ ਮੁਹਿੰਮ ਦੇ ਦੌਰਾਨ ਵਣ ਰੇਂਜ ਅਫਸਰ ਬੁਢਲਾਡਾ, ਜਿਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਗਿਆ ਹੈ, ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਸੁਖਵਿੰਦਰ ਸਿੰਘ ਨੂੰ ਉਸ ਸਮੇਂ ਦੇ ਵਣ ਮੰਡਲ ਅਫਸਰ ਮਾਨਸਾ ਅਮਿਤ ਚੌਹਾਨ ਅਤੇ ਹੋਰਨਾਂ ਦੇ ਨਾਲ ਮਿਲੀ ਭੁਗਤ ਦੇ ਰਾਹੀਂ ਫਰਜ਼ੀ ਫਰਮਾਂ ਤੇ ਜਾਲੀ ਬਿੱਲ ਤਿਆਰ ਕਰਨ ਕਰਕੇ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਦੇ ਪਿੱਛੋਂ ਫਿਰ ਨਕਦੀ ਕਢਵਾ ਕੇ ਫਿਰ ਸੀਮੈਂਟ ਤੇ ਟਰੀ ਗਾਰਡ ਬਣਵਾਉਣ ਲਈ ਉਸ ਬਜਟ ਦੇ ਵਿੱਚੋਂ 45,69,000 ਰੁਪਏ ਅਤੇ ਫਿਰ ਬਾਂਸ ਤੇ ਟਰੀ ਗਾਰਡ ਬਣਾਉਣ ਨੂੰ ਲੈ ਕੇ 7 ਲੱਖ ਰੁਪਏ ਦੇ ਜਿਹੜੇ ਫੰਡਾਂ ਦੇ ਗਬਨ ਕੀਤੇ ਗਏ। ਕੁੱਲ ਮਿਲਾ ਕੇ ਇਹ ਰਕਮ 52,69,000 ਰੁਪਏ ਦੇ ਵਿੱਤੀ ਨੁਕਸਾਨ ਦੀ ਬਣਦੀ ਹੈ। ਇਹਨਾਂ ਦੋਸ਼ਾਂ ਦੇ ਵਿੱਚ ਉਸ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਬਿਊਰੋ ਦੇ ਵੱਲੋਂ ਇਸ ਬਾਰੇ ਮੁਕੱਦਮਾ 7 ਅਤੇ 6 ਜੂਨ 2022 ਨੂੰ ਵੱਖ-ਵੱਖ ਜਿਹੜੀਆਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਨੇ ਉਹਦੇ ਤਹਿਤ ਦਰਜ ਕਰ ਲਿਆ ਗਿਆ ਸੀ। ਵਿਜੀਲੈਂਸ ਬਿਊਰੋ ਦੇ ਉਡਣ ਦਸਤਾ ਪੰਜਾਬ ਦੇ ਥਾਣਾ ਮੋਹਾਲੀ ਦੇ ਵਿੱਚ ਇਹ ਪਰਚਾ ਦਰਜ ਹੋਇਆ ਸੀ। ਇਸ ਮੁਕੱਦਮੇ ਦੀ ਜਦੋਂ ਤਫਤੀਸ਼ ਕੀਤੀ ਗਈ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ ਨੇ। ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨਵੰਬਰ 2021 ਤੋਂ ਵਣ ਰੇਂਜ ਅਫਸਰ ਬੁਢਲਾਡਾ ਤੈਨਾਤ ਸੀ। ਉਸੇ ਸਮੇਂ ਅਮਿਤ ਚੌਹਾਨ IFS ਵਣ ਮੰਡਲ ਅਫਸਰ ਮਾਨਸਾ ਤੈਨਾਤ ਸੀ। ਸਾਲ 2021 ਦੇ ਵਿੱਚ ਰੁੱਖ ਕੱਟਣ ਬਦਲੇ ਰੁੱਖ ਲਗਾਉਣ ਉਹ ਸਕੀਮ ਆਈ। ਉਸ ਸਕੀਮ ਦੇ ਅਧੀਨ ਪ੍ਰਧਾਨ ਮੁੱਖ ਵਣਪਾਲ ਦੇ ਵੱਲੋਂ 5,872 RCC ਰੁੱਖ ਗਾਰਡ ਟਰੀ ਗਾਰਡ ਖਰੀਦ ਕਰਨ ਦੇ ਵਾਸਤੇ ਮਾਨਸਾ ਮੰਡਲ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 2537 ਜਿਹੜੇ ਟਰੀ ਗਾਰਡ ਵਣ ਮੰਡਲ ਅਫਸਰ ਮਾਨਸਾ ਵੱਲੋਂ ਰੇਂਜ ਬੁਢਲਾਡਾ ਨੂੰ ਤਿਆਰ ਕਰਵਾਏ ਜਾਣ ਦੇ ਲਈ 45,69,000 ਰੁਪਏ ਦਾ ਬਜਟ ਜਾਰੀ ਕਰ ਦਿੱਤਾ ਗਿਆ। ਉਹਨਾਂ ਨੇ ਇਹਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਅਧੀਨ ਵਣ ਰੇਂਜ ਅਫਸਰ ਬੁਢਲਾਡਾ ਦੇ ਵੱਲੋਂ ਸੀਮੈਂਟ ਦੇ 2537 ਟਰੀ ਗਾਰਡ ਤਿਆਰ ਕਰਨ ਲਈ ਮੈਸਰਜ ਅੰਬੇ ਸੀਮੈਂਟ ਸਟੋਰ, ਇਹ ਚੰਨੋ ਚ ਹੈ, ਜ਼ਿਲ੍ਹਾ ਸੰਗਰੂਰ ਚ ਪੈਂਦਾ ਹੈ, ਤੇ ਦੂਸਰਾ NS ਜੈਨ ਸੀਮੈਂਟ ਸਟੋਰ ਐਕਸੈਸਰੀਜ਼, ਇਹ ਪਟਿਆਲਾ ਚ ਹੈ। ਇਹਨਾਂ ਫਰਮਾਂ ਦੇ ਕੋਲੋਂ ਇਹ ਖਰੀਦੇ ਗਏ, ਬਿੱਲ ਵੀ ਹਾਸਲ ਕੀਤੇ ਗਏ। ਇਹਨਾਂ ਬਿੱਲਾਂ ਉੱਪਰ ਲਿਖੀ ਹੋਈ ਫਰਮ, ਉਹਨਾਂ ਦੇ GST ਨੰਬਰ, ਉਹਨਾਂ ਦੇ ਸੰਪਰਕ ਨੰਬਰ, ਜਦੋਂ ਉਹਨਾਂ ਦੀ ਜਾਂਚ ਕੀਤੀ ਗਈ, ਤਫਤੀਸ਼ ਕੀਤੀ ਗਈ, ਤੁਸੀਂ ਹੈਰਾਨ ਹੋਵੋਗੇ ਕਿ ਦੋਵੇਂ ਕੰਪਨੀਆਂ ਜਿਨ੍ਹਾਂ ਦੇ ਨਾਮ ਪਤੇ ਦਿੱਤੇ ਗਏ, GST ਨੰਬਰ ਦਿੱਤੇ ਗਏ, ਅਸਲ ਦੇ ਵਿੱਚ ਇਹਨਾਂ ਫਰਮਾਂ ਦਾ ਕੋਈ ਵਜੂਦ ਹੈ ਹੀ ਨਹੀਂ, ਭਾਵੇਂ ਮੌਜੂਦ ਹੈ ਹੀ ਨਹੀਂ ਸੀ। ਇਹਨਾਂ ਫਰਮਾਂ ਦੇ ਬਿੱਲਾਂ ਤੇ ਲਿਖੇ ਗਏ GST ਨੰਬਰ ਵੀ ਵਿਭਾਗ ਦੇ ਵੱਲੋਂ ਕਦੇ ਜਾਰੀ ਕੀਤੇ ਹੀ ਨਹੀਂ ਗਏ, ਭਾਵ ਉਹ ਵੀ ਫਰਜ਼ੀ, ਤੇ ਜਿਹੜੇ ਸੰਪਰਕ ਨੰਬਰ ਵੀ ਦਿੱਤੇ ਗਏ ਸੀ ਉਹ ਵੀ ਦਰੁਸਤ ਨਹੀਂ। ਉਹਨਾਂ ਦੱਸਿਆ ਕਿ ਬਜਟ ਦੀ ਇਹ ਰਕਮ ਸੁਖਵਿੰਦਰ ਸਿੰਘ ਦੇ ਕਹਿਣ ਤੇ ਨਕਦ ਕਢਵਾਈ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੀਮੈਂਟ ਵਾਲੇ 2537 ਟਰੀ ਗਾਰਡਾਂ ਸੰਬੰਧੀ
ਵਣ ਰੇਂਜ ਅਫਸਰ ਬੁਢਲਾਡਾ ਦੇ ਵੱਲੋਂ ਉਸ ਸਮੇਂ ਦੇ ਵਣ ਰੇਂਜ ਅਫਸਰ ਮਾਨਸਾ ਅਮਿਤ ਚੌਹਾਨ ਦੇ ਨਾਲ ਮਿਲੀ ਭੁਗਤ ਕਰਕੇ ਫਰਜ਼ੀ ਫਰਮਾਂ ਦੇ ਜਾਲੀ ਬਿੱਲ ਤਿਆਰ ਕੀਤੇ ਗਏ। ਜਾਲੀ ਬਿੱਲ ਤਿਆਰ ਕਰਕੇ 45 ਲੱਖ ਤੇ 69,000 ਰੁਪਏ ਦਾ ਸਰਕਾਰੀ ਧਨ ਦਾ ਗਬਨ ਕਰ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਸੁਖਵਿੰਦਰ ਸਿੰਘ ਦੇ ਵੱਲੋਂ ਦਸੰਬਰ 2021 ਦੇ ਵਿੱਚ 7 ਲੱਖ ਰੁਪਏ ਦੇ ਜਿਹੜੇ ਬਾਂਸ ਤੇ ਟਰੀ ਗਾਰਡ ਗੁਰੂ ਕਿਰਪਾ ਬੰਬੂ ਸਟੋਰ ਮਾਨਸਾ ਦੇ ਕੋਲੋਂ ਵੱਖ-ਵੱਖ ਬਿੱਲਾਂ ਦੇ ਰਾਹੀਂ ਖਰੀਦੇ ਗਏ। ਜਦੋਂ ਉਹਦਾ ਪਤਾ ਕੀਤਾ, ਤਫਤੀਸ਼ ਕੀਤੀ ਗਈ, ਬਿੱਲ ਜਾਲੀ ਸੀ ਕਿਉਂਕਿ ਉਹਨਾਂ ਦੇ ਉੱਤੇ ਪੈਨ ਨਾਲ ਕੁਝ ਫਰਜ਼ੀ ਨੰਬਰ ਲਿਖੇ ਹੋਏ ਸੀ। ਪਤਾ ਲੱਗਿਆ ਕਿ ਉੱਥੇ ਵੀ ਉਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ, ਨੰਬਰ ਵੀ ਜਾਲੀ, ਬਿੱਲ ਵੀ ਜਾਲੀ, ਫਰਮਾ ਵੀ ਜਾਲੀ। ਹੁਣ ਤੁਸੀਂ ਦੇਖੋ ਕਿ 7 ਲੱਖ ਰੁਪਏ ਦਾ ਇਹ ਗਬਨ ਕਰ ਲਿਆ। ਉਹਨਾਂ ਨੇ ਦੱਸਿਆ ਕਿ ਸਾਰੇ ਤੱਥਾਂ ਤੇ ਤਫਤੀਸ਼ ਦੇ ਆਧਾਰ ਤੇ ਫਿਰ ਸੁਖਵਿੰਦਰ ਸਿੰਘ ਦੇ ਵੱਲੋਂ ਅਮਿਤ ਚੌਹਾਨ ਅਤੇ ਹੋਰਨਾਂ ਦੇ ਨਾਲ ਇਹ ਮਿਲੀ ਭੁਗਤ ਕੀਤੀ ਗਈ। ਫਰਜ਼ੀ ਫਰਮਾ, ਉਹਨਾਂ ਦੇ ਬਿੱਲ ਤਿਆਰ ਕਰਕੇ ਫਰਜ਼ੀ ਦਸਤਖਤ ਕਰਕੇ ਇਹ ਸਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕੀਤਾ ਗਿਆ ਤੇ ਫਿਰ ਉੱਥੋਂ ਨਕਦੀ ਕਢਵਾ ਲਈ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਟਰੀ ਗਾਰਡ ਤਿਆਰ ਕਰਵਾਉਣ ਦੇ ਇਵਜ਼ ਦੇ ਵਿੱਚ ਜਿਹੜੇ ਸਰਕਾਰੀ ਬਜਟ ਦੇ ਵਿੱਚੋਂ ਪੈਸੇ ਸਨ ਉਹ ਬਣਦੇ ਆ ਕੁੱਲ 52 ਲੱਖ ਤੇ 69,000। ਇਹ ਸਾਰੇ ਪੈਸਿਆਂ ਦਾ ਗਬਨ ਕਰ ਲਿਆ ਗਿਆ ਅਤੇ ਤੁਹਾਡੇ ਭਾਵ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਦਿੱਤਾ ਗਿਆ, ਜਿਸ ਕਰਕੇ ਸੁਖਵਿੰਦਰ ਸਿੰਘ ਵਣ ਰੇਂਜ ਅਫਸਰ ਬੁਢਲਾਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੁਣ ਤੁਸੀਂ ਦੇਖ ਲਓ ਕਿ ਜਿਹੜੇ ਵੀ ਘੁਟਾਲੇ ਨੂੰ ਹੱਥ ਪਾਇਆ ਜਾ ਰਿਹਾ ਹੈ ਉਹਦੇ ਵਿੱਚੋਂ ਹੀ ਪਰਤਾਂ ਇਸ ਤਰੀਕੇ ਨਾਲ ਉਧੜ ਰਹੀਆਂ ਨੇ, ਲੱਗਦਾ ਕਿ ਸ਼ਾਇਦ ਕੋਈ ਬਚਿਆ ਵੀ ਹੋਇਆ ਹੈ। ਜਦ ਮੰਤਰੀ ਭਾਈ ਟਰੀ ਗਾਰਡ ਖਾ ਰਿਹਾ ਹੈ, ਟਰੀ ਗਾਰਡਾਂ ਦੇ ਪੈਸੇ ਖਾ ਰਿਹਾ, ਮਿੱਟੀ ਖਾ ਰਿਹਾ, ਦਰਖਤਾਂ ਦੀ ਕਟਾਈ ਚੋਂ ਪੈਸੇ ਖਾ ਰਿਹਾ, ਬਦਲੀਆਂ ਦੇ ਪੈਸੇ ਖਾ ਰਿਹਾ ਹੈ, ਉਹ ਕਿਵੇਂ ਕਹੂਗਾ ਕਿ ਜਿਹੜੇ ਹੇਠਾਂ ਇਸ ਵਿਭਾਗ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਨੇ, ਕਰਮਚਾਰੀ ਨੇ, ਉਹ ਗਬਨ ਨਾ ਕਰਨ। ਜੇ ਸਾਧੂ ਸਿੰਘ ਧਰਮਸੋਤ ਸੀ ਉਹ ਇਹ ਕੰਮ ਕਰਦੇ ਰਹੇ, ਉਹਨਾਂ ਤੋਂ ਬਾਅਦ ਸੰਗਤ ਸਿੰਘ ਗਿਲਜ਼ੀਆਂ ਦੇ ਉੱਤੇ ਵੀ ਦੋਸ਼ ਇਹੀ ਨੇ, ਫਿਰ ਹੇਠਲਿਆਂ ਨੇ ਤਾਂ ਭਾਈ ਕਰਨਾ ਹੀ ਸੀ। ਹਾਲੇ ਵੀ ਜਾਂਚ ਜਾਰੀ ਹੈ, ਦੇਖੋ ਕਿ ਹੋਰ ਕਿੱਥੋਂ ਕਿੱਥੋਂ ਨਵੀਆਂ ਪਰਤਾਂ ਉਧੜਦੀਆਂ ਨੇ। ਤੇ ਅਗਲੀ ਜਾਣਕਾਰੀ ਹੈ ਪਟਿਆਲਾ ਦਾ ਸਨੌਰ ਵਿਧਾਨ ਸਭਾ ਹਲਕਾ ਹੈ, ਉੱਥੋਂ ਆਪ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ। ਪਠਾਨ ਮਾਜਰਾ ਦਰਅਸਲ ਬੀਤੇ ਕਈ ਦਿਨ ਤੋਂ ਚਰਚਾ 'ਚ ਨੇ। ਉਹਨਾਂ ਦੀ ਦੂਸਰੀ ਪਤਨੀ ਨੇ ਉਹਨਾਂ ਤੇ ਦੋਸ਼ ਲਾਏ ਸੀ ਤੇ ਪਠਾਨ ਮਾਜਰਾ ਨੇ ਆਪਣੀ ਉਸ ਪਤਨੀ ਤੇ ਦੋਸ਼ ਲਾਏ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਜਿਸ ਤਰ੍ਹਾਂ ਮੇਰੀ ਘਰਵਾਲੀ ਨੇ ਮੇਰੀ ਵੀਡੀਓ ਵਾਇਰਲ ਕੀਤੀ ਹੈ, ਇਹ ਚੰਗੀ ਗੱਲ ਨਹੀਂ। ਉਹਨਾਂ ਨੇ ਕਾਫੀ ਔਖੇ ਭਾਰੇ ਹੁੰਦਿਆਂ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਜਾਣਕਾਰੀ ਇਹ ਹੈ ਕਿ ਗੁਰਪ੍ਰੀਤ ਕੌਰ ਜਿਹੜੀ ਇਹਨਾਂ ਦੀ ਦੂਸਰੀ ਪਤਨੀ ਸੀ, ਉਹਨੇ ਆਪਣੇ ਉੱਤੇ ਸਰੀਰਕ ਸ਼ੋਸ਼ਣ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰਵਾਇਆ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨੇ ਪਟੀਸ਼ਨ ਪਾਈ ਸੀ ਤੇ ਇਸ ਸੰਬੰਧੀ ਜ਼ੀਰਕਪੁਰ ਥਾਣੇ ਦੇ ਵਿੱਚ ਜਿਹੜੇ SHO ਨੇ ਉਹਨਾਂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਉਹਨੇ ਆਖਿਆ ਸੀ ਕਿ ਵਿਧਾਇਕ ਪਠਾਨ ਮਾਜਰਾ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ, ਜਿਸ ਦੇ ਕਾਰਨ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਧਾਇਕ ਪਠਾਨ ਮਾਜਰਾ, ਉਹਨਾਂ ਦੀ ਦੂਸਰੀ ਪਤਨੀ ਦੇ ਵੱਲੋਂ ਜਿਹੜੀ ਇਹ ਪਟੀਸ਼ਨ ਸੀ ਉਹਦੀ ਸੁਣਵਾਈ ਕਰਦਿਆਂ ਉਹਨਾਂ ਨੂੰ, ਉਹਨਾਂ ਦੇ ਭਾਣਜੇ ਨੂੰ ਤੇ ਨਾਲ ਉਹਨਾਂ ਦੇ ਭਤੀਜੇ ਸੁਰੱਖਿਆ ਗਾਰਡ, ਉਹ ਜਿਹੜੇ ਜ਼ੀਰਕਪੁਰ ਦੇ SHO ਨੇ, ਉਹ ਪੰਜਾਬ ਦੇ DGPO, ਇਹਨਾਂ ਸਾਰਿਆਂ ਨੂੰ ਇੱਕ ਨੋਟਿਸ ਭੇਜਿਆ ਗਿਆ ਤੇ ਜਵਾਬ ਤਲਬੀ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਟੀਸ਼ਨ ਕਰਤਾ ਭਾਵ ਇਹਨਾਂ ਦੀ ਦੂਸਰੀ ਪਤਨੀ ਹੈ ਜਿਹੜੀ, ਉਹਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ। ਉਹਨੇ ਦੋਸ਼ ਲਾਇਆ ਹੈ ਕਿ ਪਠਾਨ ਮਾਜਰਾ ਤੇ ਉਹਦਾ ਜਿਹੜਾ ਰਿਸ਼ਤੇਦਾਰ ਆ ਉਹ ਜਾਨੋਂ ਮਾਰਨ ਦੀਆਂ ਨੂੰ ਧਮਕੀਆਂ ਦਿੰਦਾ ਸੀ। ਆਪਣੀ ਪਟੀਸ਼ਨ ਦੇ ਵਿੱਚ ਵਿਧਾਇਕ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਨੇ ਇਹ ਵੀ ਦੋਸ਼ ਲਾਏ ਨੇ ਕਿ ਉਹਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਤੇ ਉਹਦਾ ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ। ਉਹਨਾਂ ਇਹ ਵੀ ਆਖਿਆ ਸੀ ਕਿ ਮੈਂ SSP ਮੋਹਾਲੀ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਉਹਨਾਂ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਹੀ ਕਰ ਦਿੱਤਾ, ਸ਼ਿਕਾਇਤ ਲੈ ਕੇ ਗਈ ਸੀ। ਤੇ ਆਪ ਵਿਧਾਇਕ ਤੇ ਗੰਭੀਰ ਦੋਸ਼ ਲਾਏ ਨੇ ਗੁਰਪ੍ਰੀਤ ਕੌਰ ਨੇ ਕਿ ਪਹਿਲਾਂ ਜ਼ੀਰਕਪੁਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਉਹਨੇ ਦੱਸਿਆ ਕਿ ਮੈਨੂੰ ਦੋਵਾਂ ਤੋਂ, ਮਾਮੇ ਭਾਣਜੇ ਤੋਂ ਖਤਰਾ ਹੈ ਮੇਰੀ ਜਾਨ ਨੂੰ, ਉਹ ਮੈਨੂੰ ਧਮਕੀਆਂ ਦਿੰਦੇ ਨੇ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪਠਾਨ ਮਾਜਰਾ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਗੈਰ ਬੀਤੇ ਵਰੇ 14 ਅਗਸਤ ਨੂੰ ਉਹਦੇ ਨਾਲ ਵਿਆਹ ਕਰਵਾ ਲਿਆ ਸੀ। ਗੁਰਪ੍ਰੀਤ ਨੇ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਹੈ
कि दरअसल जदों तो मैं अपने विआह की तस्वीर सोशल मीडिया ते शेयर की, ਉਹਦੇ ਤੋਂ ਬਾਅਦ ਹਰਮੀਤ ਪਠਾਨ ਮਾਜਰਾ ਅਤੇ ਉਹਦਾ ਰਿਸ਼ਤੇਦਾਰ ਮੈਨੂੰ ਧਮਕੀਆਂ ਦੇਣ ਲੱਗ ਪਏ। ਹੁਣ ਦੂਸਰੇ ਪਾਸੇ ਪਠਾਨ ਮਾਜਰੇ ਨੇ ਆਪਣੇ ਬਚਾਅ 'ਚ ਜਿੰਨੀਆਂ ਮਰਜ਼ੀ ਗੱਲਾਂ ਕੀਤੀਆਂ ਹੋਣ, ਇਹ ਤੇ ਗੈਰ ਕਾਨੂੰਨੀ ਹੈ ਨਾ ਕਿ ਪਹਿਲੀ ਘਰ ਵਾਲੀ ਨੂੰ ਭਾਵੇਂ ਕਹਿੰਦੇ ਨੇ ਮੈਂ ਭਰੋਸੇ ਵਿੱਚ ਲੈ ਕੇ ਵਿਆਹ ਕੀਤਾ ਸੀ, ਪਰ ਇਸ ਗੱਲ ਦਾ ਜਵਾਬ ਸ਼ਾਇਦ ਉਹਨਾਂ ਕੋਲ ਨਹੀਂ ਕਿ ਪਹਿਲੀ ਘਰ ਵਾਲੀ ਨੂੰ ਤਲਾਕ ਦਿੱਤਿਆਂ ਬਗੈਰ ਦੂਸਰੀ ਨਾਲ ਵਿਆਹ ਨਹੀਂ ਸੀ ਕੀਤਾ ਜਾ ਸਕਦਾ। ਪਰ ਜਿਹੜੀ ਗੱਲ ਉਹ ਇਹ ਕਹਿੰਦੇ ਨੇ ਕਿ ਮੈਂ ਆਪਣੀ ਘਰ ਵਾਲੀ ਦੇ ਕੋਲ ਸੀ, ਉਹਨੇ ਮੇਰੀ ਵੀਡੀਓ ਬਣਾ ਲਈ, ਵੀਡੀਓ ਮੇਰੇ ਬੈਡਰੂਮ ਦੀ ਹੈ, ਇਸ ਗੱਲ ਦੇ ਉੱਤੇ ਤਾਂ ਕੋਈ ਵੀ ਵਿਅਕਤੀ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਕਿ ਜੇਕਰ ਸੱਚਮੁੱਚ ਗੁਰੂ ਦੀ ਹਾਜ਼ਰੀ ਦੇ ਵਿੱਚ ਵਿਆਹ ਕੀਤਾ ਸੀ ਤਾਂ ਉੱਥੇ ਫਿਰ ਘਰ ਵਾਲੀ ਦੇ ਵੱਲੋਂ ਵੀਡੀਓ ਬਣਾਉਣੀ, ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਕਰਨਾ, ਇਸ ਗੱਲ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾ ਰਿਹਾ। ਪਰ ਵਿਧਾਇਕ ਪਠਾਨ ਮਾਜਰਾ ਦੀਆਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਵਧਣਗੀਆਂ। ਦੇਖਦੇ ਹਾਂ ਕਿ ਇਸ ਮਸਲੇ ਤੋਂ ਜਵਾਬ ਕੀ ਦਿੰਦੇ ਆ। ਤੇ ਅਗਲੀ ਜਿਹੜੀ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਹਮੇਸ਼ਾ ਚਰਚਾ ਦਾ ਵਿਸ਼ਾ ਰਹੀਆਂ ਨੇ। ਹੁਣ ਇੱਕ ਰਿਪੋਰਟ ਹੈ, ਉਸ ਰਿਪੋਰਟ ਦੇ ਵਿੱਚ ਵੱਖ-ਵੱਖ ਪਹਿਲੂ ਦਿੱਤੇ ਗਏ ਹੈ। ਦੱਸਿਆ ਗਿਆ ਕਿ ਕਿੱਥੇ ਕਿੰਨੀਆਂ ਕਿਉਂ ਖੁਦਕੁਸ਼ੀਆਂ ਹੋਈਆਂ। ਇਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਸਾਲ 2021 ਦੇ ਵਿੱਚ 2600 ਖੁਦਕੁਸ਼ੀਆਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 1164 ਭਾਵ ਜਿਹੜੀਆਂ ਕਿ ਲਗਭਗ ਪੌਣੇ 45% ਬਣਦੀਆਂ ਨੇ। 44.8% ਨੇ ਇਹ ਖੁਦਕੁਸ਼ੀਆਂ ਬਿਮਾਰੀਆਂ ਅਤੇ ਪਰਿਵਾਰਕ ਸਮੱਸਿਆਵਾਂ ਦੇ ਕਾਰਨ ਕੀਤੀਆਂ ਗਈਆਂ। ਹਾਲਾਂਕਿ NCRB ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 2021 ਦੇ ਵਿੱਚ ਪੰਜਾਬ ਵਿੱਚ ਜਿਹੜੀਆਂ ਖੁਦਕੁਸ਼ੀਆਂ ਹੋਈਆਂ ਨੇ, ਲਗਭਗ ਉਹਨਾਂ 'ਚ 0.5% ਦੀ ਕਮੀ ਦਰਜ ਕੀਤੀ ਗਈ ਹੈ। ਪੰਜਾਬ ਦੇ ਵਿੱਚ ਪ੍ਰਤੀ ਲੱਖ ਦੀ ਆਬਾਦੀ ਦੇ ਵਿੱਚ 12 ਖੁਦਕੁਸ਼ੀਆਂ ਦੀ ਜਿਹੜੀ ਰਾਸ਼ਟਰੀ ਔਸਤ ਹੈ, ਉਹਦੇ ਤੋਂ ਹੇਠਾਂ ਅੰਕੜਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਪ੍ਰਤੀ ਲੱਖ ਆਬਾਦੀ ਦੇ ਵਿੱਚ ਸਿਰਫ 8.1 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਨੇ, ਜਦੋਂ ਕਿ ਨੈਸ਼ਨਲ ਜਿਹੜੀ ਅਨੁਪਾਤ ਹੈ ਉਹ 12 ਦਾ ਹੈ। ਇਹਦੇ ਵਿੱਚ ਦੱਸਿਆ ਗਿਆ ਕਿ ਸ਼ਰਾਬ ਦੇ ਬਹੁਤ ਸਾਰੇ ਸ਼ੌਕੀਨ ਲੋਕ ਨੇ, ਉਹ ਭਾਵੇਂ ਠੇਕੇ ਤੋਂ ਲਿਆ ਕੇ ਪੀਂਦੇ ਹੋਣ, ਭਾਵੇਂ ਨਜਾਇਜ਼ ਸ਼ਰਾਬ ਕੱਢ ਕੇ ਪੀਂਦੇ ਹੋਣ। ਉਸ ਮਸਲੇ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੀਆਂ ਮੌਤਾਂ ਹੋਈਆਂ ਨੇ, ਉਹਦੇ ਵਿੱਚੋਂ ਪੰਜਾਬ ਦੂਸਰੇ ਨੰਬਰ ਤੇ ਹੈ। 2021 ਦੇ ਦੌਰਾਨ ਭਾਰਤ ਵਿੱਚ ਨਜਾਇਜ਼ ਅਤੇ ਨਕਲੀ ਸ਼ਰਾਬ ਪੀਣ ਵਾਲੇ ਦੀਆਂ ਕੁੱਲ 708 ਘਟਨਾਵਾਂ ਦੇ ਵਿੱਚ 782 ਮੌਤਾਂ ਹੋਈਆਂ। ਯੂਪੀ ਦੇ ਵਿੱਚ ਸਭ ਤੋਂ ਵੱਧ 137, ਪੰਜਾਬ ਦੇ ਵਿੱਚ 127, ਮੱਧ ਪ੍ਰਦੇਸ਼ ਦੇ ਵਿੱਚ 108 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਕਿਸਾਨਾਂ ਦੇ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸੂਬਾ ਪੱਧਰੀ ਅੰਕੜਾ ਕੋਈ ਉਹਦਾ ਜ਼ਿਕਰ ਨਹੀਂ ਕੀਤਾ ਗਿਆ। ਹਾਲਾਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪਰਿਵਾਰਕ ਸਮੱਸਿਆਵਾਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੈ। ਰਿਪੋਰਟ ਦੇ ਵਿੱਚ ਪੇਸ਼ੇਵਰ ਸਮੱਸਿਆਵਾਂ, ਵਿਆਹ ਸੰਬੰਧੀ ਝਗੜਿਆਂ ਸਮੇਤ ਕਈ ਹੋਰ ਸ਼੍ਰੇਣੀਆਂ ਦਾ ਭਾਵੇਂ ਜ਼ਿਕਰ ਹੈ, ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਰਾਜਾਂ ਦੇ ਵਿੱਚੋਂ ਇੱਕ ਹੈ। ਸੜਕ ਹਾਦਸਿਆਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 9.1% ਵਾਧਾ ਦਰਜ ਕੀਤਾ ਗਿਆ ਹੈ। ਸੜਕ ਹਾਦਸੇ ਭਾਰਤ ਦੇ ਜ਼ਿਆਦਾਤਰ ਸੂਬਿਆਂ ਦੇ ਨਾਲੋਂ ਜ਼ਿਆਦਾ ਘਾਤਕ ਪੰਜਾਬ ਦੇ ਵਿੱਚ ਹੋਏ। NCRB ਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਆਮ ਤੌਰ ਤੇ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਨਾਲੋਂ ਜ਼ਿਆਦਾ ਲੋਕ ਜ਼ਖਮੀ ਹੁੰਦੇ ਨੇ, ਪਰ ਮਿਜ਼ੋਰਮ, ਪੰਜਾਬ, ਝਾਰਖੰਡ ਤੇ ਯੂਪੀ ਦੇ ਵਿੱਚ ਜਿਹੜੇ ਸੜਕ ਹਾਦਸੇ ਹੋਏ, ਉਹਨਾਂ ਦੇ ਵਿੱਚ ਜ਼ਖਮੀਆਂ ਨਾਲੋਂ ਵੱਧ ਮੌਤਾਂ ਦਾ ਜ਼ਿਕਰ ਹੈ। ਇਹਨਾਂ ਅੰਕੜਿਆਂ ਤੇ ਜੇਕਰ ਨਜ਼ਰ ਮਾਰਦੇ ਹਾਂ ਤਾਂ 2021 ਦੇ ਵਿੱਚ ਹਰਿਆਣਾ ਦੇ ਵਿੱਚ ਨਸ਼ੇ ਕਰਕੇ 99 ਲੋਕਾਂ ਦੀ ਜਾਨ ਗਈ। ਇਹਦੇ ਤੋਂ ਬਾਅਦ ਰਾਜਸਥਾਨ ਦੇ ਵਿੱਚ ਸਭ ਤੋਂ ਵੱਧ 186, ਦਿੱਲੀ ਦੇ ਵਿੱਚ 114 ਲੋਕਾਂ ਨੇ ਖੁਦਕੁਸ਼ੀ ਕੀਤੀ, ਜਦੋਂ ਕਿ ਹਿਮਾਚਲ ਵਿੱਚ 30, ਉੱਤਰਾਖੰਡ ਵਿੱਚ 2, ਜੰਮੂ ਕਸ਼ਮੀਰ ਵਿੱਚ 6, ਚੰਡੀਗੜ੍ਹ ਵਿੱਚ 5, ਜਦੋਂ ਕਿ ਪੰਜਾਬ ਦੇ ਵਿੱਚ 78 ਲੋਕਾਂ ਨੇ ਨਸ਼ੇ ਦੇ ਕਾਰਨ ਖੁਦਕੁਸ਼ੀ ਦਾ ਸਹਾਰਾ ਲਿਆ। ਹੁਣ ਇਹਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਰਿਪੋਰਟ ਦੇ ਵਿੱਚ ਕਿ ਸਭ ਤੋਂ ਵੱਧ ਖੁਦਕੁਸ਼ੀਆਂ ਕੌਣ ਕਰ ਰਿਹਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਕੰਮ ਭਾਵੇਂ ਕੋਈ ਛੋਟਾ ਹੋਵੇ, ਭਾਵੇਂ ਵੱਡਾ ਹੋਵੇ, ਮਜ਼ਦੂਰ ਤੋਂ ਬਗੈਰ ਕੋਈ ਵੀ ਕੰਮ ਸਿਰੇ ਨਹੀਂ ਚੜਦਾ। ਦਿਹਾੜੀਦਾਰ ਹਰੇਕ ਬੰਦੇ ਨੂੰ ਚਾਹੀਦੀ ਹੈ। ਇਹਦੇ ਬਾਵਜੂਦ ਭਾਰਤ ਦੇ ਵਿੱਚ ਦਿਹਾੜੀਦਾਰ ਮਜ਼ਦੂਰ ਹੈ ਜਿਹੜਾ, ਉਹ ਇਸ ਵਕਤ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਹਾਸ਼ੀਏ ਤੇ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਭਾਵ NCRB ਦੀ ਜਿਹੜੀ ਇਹ ਤਾਜ਼ਾ ਰਿਪੋਰਟ ਹੈ, ਉਹ 'ਚ ਕੁਝ ਹੈਰਾਨੀਜਨਕ ਤੱਥ ਨੇ। ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਖੁਦਕੁਸ਼ੀਆਂ ਨਾਲ ਮਰਨ ਵਾਲੇ ਦਿਹਾੜੀਦਾਰ ਮਜ਼ਦੂਰਾਂ ਦੀ ਹਿੱਸੇਦਾਰੀ 2014 ਤੋਂ ਬਾਅਦ ਪਹਿਲੀ ਵਾਰ ਤਿਮਾਹੀ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਭਾਰਤ ਦੇ ਵਿੱਚ ਮਜ਼ਦੂਰਾਂ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਗਿਣਤੀ 1/4 ਹੈ,
ਜੋ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਦੱਸਿਆ ਜਾ ਰਿਹਾ ਹੈ। ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ 2021 ਦੇ ਦੌਰਾਨ 1,64,033 ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ। ਇਹਨਾਂ ਦੇ ਵਿੱਚੋਂ 41,000 ਤੋਂ ਵੱਧ ਮਾਮਲੇ ਦਿਹਾੜੀਦਾਰ ਮਜ਼ਦੂਰਾਂ ਦੇ ਨਾਲ ਜੁੜੇ ਹੋਏ ਹੈ। ਸਾਲ 2020 ਦੇ ਵਿੱਚ ਭਾਰਤ ਦੇ ਵਿੱਚ ਦਰਜ ਕੀਤੀਆਂ ਗਈਆਂ 1,53,052 ਖੁਦਕੁਸ਼ੀਆਂ ਦੇ ਵਿੱਚੋਂ 37,000 ਤੇ 666 ਦਿਹਾੜੀਦਾਰ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਸਨ। ਉੱਥੇ ਹੀ ਜੇਕਰ 2019 ਤੇ ਝਾਤ ਮਾਰੀਏ, ਕੋਵਿਡ ਦੇ ਕਹਿਰ ਤੋਂ ਪਹਿਲਾਂ ਮਜ਼ਦੂਰਾਂ ਦੀ ਹਿੱਸੇਦਾਰੀ ਦਰਜ ਜਿਹੜੀ ਕੀਤੀ ਗਈ ਸੀ ਉਹ 1,39,123 ਖੁਦਕੁਸ਼ੀਆਂ ਦੇ ਵਿੱਚੋਂ ਇਹ ਅੰਕੜਾ 32,563 ਦਾ ਸੀ। ਹੁਣ ਰੋਜ਼ਾਨਾ ਕਮਾਉਂਦੇ ਆ, ਜਿੰਨਾ ਕੁ ਕਮਾਉਂਦੇ ਆ ਵਿਚਾਰੇ ਉਨਾ ਹੀ ਖਾਂਦੇ ਆ, ਪਰ ਹਿੱਸੇਦਾਰੀ ਉਹਨਾਂ ਦੀ ਉਸ ਹਿਸਾਬ ਨਾਲ ਰਾਸ਼ਟਰੀ ਔਸਤ ਦੇ ਵਿੱਚ ਇਹ ਤੇਜ਼ੀ ਨਾਲ ਵੱਧ ਰਹੀ ਹੈ। ਇਸ ਗੱਲ ਤੋਂ ਇਹ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗਰੀਬੀ ਦੀ ਮਾਰ ਨੇ ਉਹ ਝੱਬੇ ਪਏ ਆ। ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ 2021 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਖੁਦਕੁਸ਼ੀਆਂ ਦੀ ਜੇ ਦਰ ਹੈ ਤਾਂ ਸਭ ਤੋਂ ਵੱਧ ਹੋਈ। ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਦੇ ਵਿੱਚ ਇਹ ਦੂਸਰਾ ਤੇ ਤੀਸਰਾ ਸਥਾਨ ਰਿਹਾ। ਪੂਰੇ ਭਾਰਤ ਦੇ ਵਿੱਚ 1,64,033 ਖੁਦਕੁਸ਼ੀਆਂ ਦੇ ਮਾਮਲੇ ਦਰਜ ਹੋਏ ਹੈ। NCRB ਦੀ ਇਸ ਤਾਜ਼ਾ ਰਿਪੋਰਟ ਦੇ ਮੁਤਾਬਕ ਪੇਸ਼ੇ ਜਾਂ ਕੈਰੀਅਰ ਦੇ ਨਾਲ ਸੰਬੰਧਿਤ ਸਮੱਸਿਆਵਾਂ, ਤਣਾਅ, ਮਾੜਾ ਵਤੀਰਾ, ਹਿੰਸਾ, ਪਰਿਵਾਰਕ ਸਮੱਸਿਆਵਾਂ, ਮਾਨਸਿਕ ਪਰੇਸ਼ਾਨੀ, ਸ਼ਰਾਬ ਦੀ ਆਦਤ ਤੇ ਵਿੱਤੀ ਨੁਕਸਾਨ ਇਹ ਖੁਦਕੁਸ਼ੀਆਂ ਦੇ ਮੁੱਖ ਕਾਰਨ ਦੱਸੇ ਗਏ ਨੇ। ਪਰ ਹੁਣ ਜੇਕਰ ਇਹਨੂੰ ਆਪਾਂ ਇਸ ਖਬਰ ਨੂੰ ਸਮੇਟਣਾ ਹੋਵੇ ਤਾਂ ਭਾਵੇਂ ਸੂਬਾ ਸਰਕਾਰਾਂ ਨੇ, ਭਾਵੇਂ ਕੇਂਦਰ ਸਰਕਾਰ ਹੈ, ਘੱਟੋ ਘੱਟ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ, ਜਿਹੜੇ ਦਿਨ ਰਾਤ ਮਿਹਨਤ ਕਰਦੇ ਹੈ, ਜਿਹੜੇ ਹੱਕ ਸੱਚ ਦੀ ਕਮਾਈ ਕਰਕੇ ਖਾਂਦੇ ਹੈ, ਉਹਨਾਂ ਵੱਲ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਹੈ। ਹੁਣ ਅਡਾਨੀ ਵੱਲ ਧਿਆਨ ਦਈਏ ਨਾ ਦਈਏ, ਛੜੱਪਾ ਮਾਰ ਕੇ ਦੁਨੀਆ ਦੇ ਤੀਸਰੇ ਸਥਾਨ ਦਾ ਅਮੀਰ ਵਿਅਕਤੀ ਬਣ ਗਿਆ ਹੈ ਔਰ ਸਭ ਤੋਂ ਵੱਧ ਤੇਜ਼ੀ ਦੇ ਨਾਲ ਦੁਨੀਆ ਭਰ ਦੇ ਵਿੱਚੋਂ ਉਹਦੀ ਆਮਦਨ 'ਚ ਵਾਧਾ ਹੋਇਆ। ਲਾ ਦਿਓ ਟੈਕਸ ਭਾਈ ਉਹਨਾਂ ਨੂੰ ਜਿੰਨਾ ਲਾਉਣਾ ਹੈ, ਪਰ ਗਰੀਬਾਂ ਦੇ ਹੱਥ 'ਚੋਂ ਰੋਟੀ ਅਤੇ ਪਰਿਵਾਰਕ ਜੀਵਨ ਦਾ ਖੁਦਕੁਸ਼ੀ ਨਾ ਕਰੇ। ਸਰਕਾਰਾਂ ਇੱਧਰ ਜ਼ਰੂਰ ਸੋਚਣ। ਤੇ ਇੱਕ ਖਬਰ ਤੁਹਾਡੇ ਨਾਲ ਕੱਲ ਸਾਂਝੀ ਕੀਤੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾਲਾਗੜ੍ਹ ਅਦਾਲਤ ਦੇ ਵਿੱਚ ਅਦਾਲਤੀ ਕੰਪਲੈਕਸ ਦੇ ਵਿੱਚ ਗੋਲੀ ਚੱਲੀ। ਉਹ ਗੋਲੀ ਦੱਸੀ ਜਾ ਰਹੀ ਸੀ ਕਿ ਲਾਰੈਂਸ ਗੈਂਗ ਤੇ ਬੰਬੀਹਾ ਗੈਂਗ ਦੇ ਦਰਮਿਆਨ ਚੱਲੀ ਹੈ। ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਬੰਬੀਹਾ ਗੈਂਗ ਨੇ ਦਾਅਵਾ ਕੀਤਾ ਹੈ ਕਿ ਉਹ ਗੋਲੀਬਾਰੀ ਕਿਸੇ ਹੋਰ ਨੇ ਨਹੀਂ, ਉਹਨਾਂ ਨੇ ਖੁਦ ਕੀਤੀ ਸੀ। ਲਾਰੈਂਸ ਗਰੁੱਪ ਦਾ ਉਹਦੇ ਵਿੱਚ ਕੋਈ ਲੈਣ ਦੇਣ ਨਹੀਂ। ਉਹਨਾਂ ਦਾਅਵਾ ਕੀਤਾ ਕਿ ਅਸੀਂ ਆਪਣੇ ਸ਼ੂਟਰ ਸਨੀ ਨੂੰ ਛਡਾਉਣਾ ਚਾਹੁੰਦੇ ਸੀ, ਇਸ ਵਾਸਤੇ ਸਾਡੇ ਗੈਂਗ ਦੇ ਕੁਝ ਸ਼ੂਟਰ ਉੱਥੇ ਉਹਨੂੰ ਛਡਾਉਣ ਵਾਸਤੇ ਗਏ ਸੀ। ਇਸ ਗੱਲ ਦਾ ਦਾਅਵਾ ਸ਼ੂਟਰ ਜਿਹੜਾ ਕਿ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ, ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕੀਤਾ ਹੈ। ਕੌਸ਼ਲ ਚੌਧਰੀ ਨੇ ਲਿਖਿਆ ਹੈ ਕਿ ਉਹਨਾਂ ਦੇ 2 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ, ਪਰ ਹਾਲੇ ਤੱਕ ਪੁਲਿਸ ਨੇ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ, ਗ੍ਰਿਫਤਾਰੀ ਦਾ ਕੋਈ ਜ਼ਿਕਰ ਨਹੀਂ। ਪਰ ਕੱਲ ਇਹ ਚਰਚਾ ਚੱਲਦੀ ਰਹੀ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਸ਼ਾਮਲ ਹੈ ਸਨੀ ਨੂੰ ਕਤਲ ਕਰਨ ਦੇ ਵਾਸਤੇ ਲਾਰੈਂਸ ਗੈਂਗ ਦੇ ਕੁਝ ਗੁਰਗੇ ਗਏ। ਅਦਾਲਤੀ ਕੰਪਲੈਕਸ ਦੇ ਵਿੱਚ ਜਦੋਂ ਸਨੀ ਨੂੰ ਪੇਸ਼ੀ ਵਾਸਤੇ ਲਿਆਂਦਾ ਗਿਆ ਤਾਂ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਦੇ ਕੰਨ ਦੇ ਕੋਲ ਦੀ ਗੋਲੀ ਲੰਘ ਗਈ ਸੀ। ਕੌਸ਼ਲ ਚੌਧਰੀ ਨੇ ਲਿਖਿਆ ਕਿ ਸਾਡੇ 2 ਵਿਅਕਤੀ ਗੋਲੀ ਚਲਾ ਕੇ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਰਹੇ ਹੈ, ਜਦੋਂ ਕਿ 2 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਨਾਂ ਵਿੱਚ ਦੱਸਿਆ ਇੱਕ ਚਸਕਾ ਜੇਤੂ ਤੇ ਦੂਸਰਾ ਮਾਨ ਜੇਤੂ, ਕਿ ਇਹ 2 ਵਿਅਕਤੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪਰ ਹਾਲੇ ਗ੍ਰਿਫਤਾਰੀ ਸ਼ੋ ਨਹੀਂ ਕਰ ਰਹੀ। ਤੇ ਇਸ ਕਰਕੇ ਕਹਿੰਦੇ ਆਹ ਜਿਹੜੀ ਪੋਸਟ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਤੇ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋ ਜੇ। ਦੱਸਣਾ ਬਣਦਾ ਹੈ ਕਿ ਸਨੀ ਨੂੰ ਬੀਤੇ ਸ਼ੁੱਕਰਵਾਰ ਨੂੰ ਨਾਲਾਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ। ਜਦੋਂ ਪੁਲਿਸ ਵਾਲੇ ਉਸ ਨੂੰ ਅਦਾਲਤ ਵਿੱਚ ਲੈ ਕੇ ਜਾ ਰਹੇ ਸੀ, ਪੌੜੀਆਂ ਚੜ੍ਹ ਰਹੇ ਸੀ, ਉਸੇ ਵਕਤ ਤਾਬੜਤੋੜ ਕਈ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸੀ। ਤੇ ਉਹ ਜਿਹੜੇ ਹਮਲਾਵਰ ਪਹੁੰਚੇ ਸੀ ਉਹਨਾਂ ਕੋਲ ਇੱਕ ਜਿਹੜਾ ਮੋਟਰਸਾਈਕਲ ਸੀ ਉਹਦੇ ਤੇ ਨੰਬਰ ਪਲੇਟ ਹਰਿਆਣੇ ਦੀ ਲੱਗੀ ਹੋਈ ਸੀ। ਸਨੀ ਨੇ ਜਦੋਂ ਗੋਲੀਆਂ ਚੱਲਦੀਆਂ ਸੁਣੀਆਂ ਤਾਂ ਉੱਥੋਂ ਭੱਜ ਕੇ ਕੋਰਟ ਰੂਮ ਦੇ ਵਿੱਚ ਜਾ ਕੇ ਉਹਨੇ ਆਪਣੀ ਜਾਨ ਬਚਾ ਲਈ ਸੀ। ਹੁਣ ਇੱਥੇ ਜਿਹੜੀ ਪੋਸਟ ਹੈ ਇਹਦਾ ਮਤਲਬ ਕੀ ਸੁਨੇਹਾ ਲਾਉਣ ਦੇ ਵਿੱਚ ਢਿੱਲ ਰਹਿ ਗਈ ਕਿ ਆਪਣੇ ਹੀ ਬੰਦੇ ਆਉਣਗੇ ਭਾਈ ਤੈਨੂੰ ਛੁਡਾ ਕੇ ਲੈ ਜਾਣਗੇ। ਪਰ ਦਾਅਵਾ ਕੀਤਾ ਜਾ ਰਿਹਾ ਕੌਸ਼ਲ ਚੌਧਰੀ ਦੇ ਵੱਲੋਂ ਕਿ ਲਾਰੈਂਸ ਗਰੁੱਪ ਨੇ ਗੋਲੀ ਨਹੀਂ ਚਲਾਈ। ਹਾਲਾਂਕਿ ਬੀਤੇ ਕਈ ਦਿਨ ਤੋਂ ਕੇਂਦਰੀ ਏਜੰਸੀਆਂ ਦੀ ਪੰਜਾਬ ਪੁਲਿਸ ਨੂੰ ਵੀ ਇਨਪੁਟ ਦਿੱਤੀ ਹੋਈ ਹੈ ਕਿ ਜਦੋਂ ਜੱਗੂ ਭਗਵਾਨਪੁਰੀਆ ਜਾਂ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ੀ ਤੇ ਲਿਜਾਂਦਾ ਜਾਏਗਾ
ਤਾਂ ਉਸ ਵਕਤ ਮਬੀਹਾ ਗਰੁੱਪ ਵਾਲੇ ਉਹਦੇ ਤੇ ਹਮਲਾ ਕਰ ਸਕਦੇ ਆ। ਪਰ ਆ ਜਿਹੜੀ ਜਾਣਕਾਰੀ ਹੈ ਇਹਦਾ ਤਾਂ ਪਾਸਾ ਹੀ ਪਲਟ ਗਿਆ ਕਿ ਅਸੀਂ ਆਪਣੇ ਬੰਦੇ ਤੇ ਆਪ ਹਮਲਾ ਕਰਕੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਬਾਅਦ 'ਚ ਇਹ ਵੀ ਪਤਾ ਲੱਗਿਆ ਸੀ ਕਿ ਜਿਸ ਮੋਟਰਸਾਈਕਲ ਤੇ ਉਹ ਸਵਾਰ ਹੋ ਕੇ ਉੱਥੋਂ ਫਰਾਰ ਹੋ ਰਹੇ ਸੀ, ਉਹ ਨਾਲਾਗੜ੍ਹ ਪੁਲਿਸ ਸਟੇਸ਼ਨ ਦੇ ਬਿਲਕੁਲ ਨੇੜੇ ਮੋਟਰਸਾਈਕਲ ਛੱਡ ਗਏ ਸੀ। ਉੱਥੋਂ ਅੱਗੇ ਕਿਹੜੇ ਸਾਧਨ ਰਾਹੀਂ ਕਿਵੇਂ ਦੌੜੇ, ਇਹਦੇ ਬਾਬਤ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਵੀ ਦੱਸਣਾ ਬਣਦਾ ਕਿ ਨਾਲਾਗੜ੍ਹ ਦੇ ਵਿੱਚ ਤਕਰੀਬਨ 1 ਸਾਲ ਪਹਿਲਾਂ ਵੀ ਗੈਂਗਵਾਰ ਹੋਈ ਸੀ। ਸਨੀ ਉਸ ਗੈਂਗਵਾਰ ਦਾ ਵੀ ਦੋਸ਼ੀ ਦੱਸਿਆ ਜਾ ਰਿਹਾ ਹੈ। ਸਨੀ ਜੂਨ 2022 ਤੋਂ ਹਿਮਾਚਲ ਦੀ ਨਾਨ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉੱਥੋਂ ਹੀ ਨਾਲਾਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ। ਤੇ ਇਹ ਵੀ ਦੱਸਣਾ ਬਣਦਾ ਕਿ ਸਨੀ ਦਾ ਨਾਮ ਵਿੱਕੀ ਮਿੱਡੂ ਖੇੜਾ ਕਤਲकांड ਦੇ ਨਾਲ ਵੀ ਜੁੜਿਆ ਹੋਇਆ ਹੈ। ਹੁਣ ਵੇਖਣਾ ਹੋਏਗਾ ਤਫਤੀਸ਼ ਦੇ ਵਿੱਚ ਕੀ ਸੱਚਮੁੱਚ ਬੰਬੀਹਾ ਗਰੁੱਪ ਜੋ ਕਹਿੰਦਾ ਕਿ ਅਸੀਂ ਆਪ ਗੋਲੀ ਚਲਾਈ ਹੈ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ, ਜਾਂ ਸੱਚਮੁੱਚ ਲਾਰੈਂਸ ਗਰੁੱਪ ਵਾਲਿਆਂ ਨੇ ਇਹ ਗੋਲੀ ਚਲਾਈ ਸੀ। ਤੇ ਅਗਲਾ ਟੈਂਡਰ ਘੁਟਾਲਾ, ਇਹਦੀ ਗੂੰਜ ਲਗਾਤਾਰ ਉੱਚੀ ਹੁੰਦੀ ਜਾ ਰਹੀ ਹੈ। ਇਸ ਟੈਂਡਰ ਘੁਟਾਲੇ ਵਿੱਚ ਹਾਲੇ ਤੱਕ ਫਸੇ ਹੋਏ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ। ਵਿਜੀਲੈਂਸ ਦੀ ਗ੍ਰਿਫਤ ਵਿੱਚ ਨੇ, ਮੱਛਰ ਉਹਨਾਂ ਨੂੰ ਤੰਗ ਕਰ ਰਿਹਾ ਉੱਥੇ, ਇੱਕ ਪਾਸੇ ਵਿਜੀਲੈਂਸ ਤੰਗ ਕਰੀ ਜਾ ਰਹੀ ਹੈ। ਅੱਜ ਉਹਨਾਂ ਦਾ ਰਿਮਾਂਡ ਇੱਕ ਵਾਰ ਫਿਰ ਖਤਮ ਹੋਣ ਜਾ ਰਿਹਾ ਹੈ, ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਏਗਾ। ਵੇਖਣਾ ਹੋਏਗਾ ਕਿ ਮੁੜ ਉਹਨਾਂ ਦਾ ਰਿਮਾਂਡ ਮਿਲਦਾ ਜਾਂ ਨਹੀਂ। ਪਰ ਦੂਸਰੇ ਪਾਸੇ ਇਸ ਟੈਂਡਰ ਘੁਟਾਲੇ ਨਾਲ ਜੁੜੀਆਂ ਕੁਝ ਹੋਰ ਅਹਿਮ ਜਾਣਕਾਰੀਆਂ ਮਿਲੀਆਂ ਨੇ, ਜਿਹੜੇ ਇਹਦੇ ਉੱਤੇ ਸ਼ੱਕ ਦੀਆਂ ਸੂਈਆਂ ਨੇ ਜਿਹੜੀਆਂ ਉਹ ਤਿੱਖੀਆਂ ਤੇ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਹੁਣ ਤੁਸੀਂ ਦੇਖੋ ਘੁਟਾਲਾ ਹੋਇਆ, ਬਹੁਤ ਸਾਰੇ ਤੱਥ, ਬਹੁਤ ਸਾਰੇ ਸਬੂਤ ਮਿਲ ਗਏ ਨੇ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਇਸ ਟੈਂਡਰ ਘੁਟਾਲੇ ਦੀਆਂ ਵਿਜੀਲੈਂਸ ਤੱਕ ਪੁੱਜ ਚੁੱਕੀਆਂ ਨੇ। ਪਰ ਹੁਣ ਜਦੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਤੱਥ ਤਾਂ ਫਰੋਲੇ ਜਾਣਗੇ। ਪਤਾ ਲੱਗਾ ਕਿ 2 ਅਹਿਮ ਫਾਈਲਾਂ ਨੇ ਇਸ ਘੁਟਾਲੇ ਦੇ ਨਾਲ ਸੰਬੰਧਿਤ ਨੇ, ਲੱਭ ਹੀ ਨਹੀਂ ਰਹੀਆਂ, ਗੁੰਮ ਹੋ ਗਈਆਂ ਕਿ ਉਹਨਾਂ ਨੂੰ ਪੈਰ ਲੱਗ ਗਏ ਜਾਂ ਉਹਨਾਂ ਨੂੰ ਟਾਇਰ ਲੱਗ ਗਏ ਜਾਂ ਗੁੰਮ ਕੀਤੀਆਂ ਗਈਆਂ। ਇਹਦਾ ਮਤਲਬ ਹਾਲੇ ਨੈਕਸਸ ਟੁੱਟ ਨਹੀਂ ਸਕਿਆ। ਇਹਨਾਂ 'ਚ ਇੱਕ ਫਾਈਲ ਹੈ ਦਾਗੀ ਅਫਸਰ ਕੇ ਸਿੰਗਲਾ ਨੂੰ ਸੈਂਟਰਲ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਉਣ ਨਾਲ ਸੰਬੰਧਿਤ ਕਿਵੇਂ ਬਣਾਇਆ, ਕਿਉਂ ਬਣਾਇਆ, ਤਾਂ ਕਿ ਉਹਦੇ ਚੋਂ ਪਤਾ ਲੱਗਦਾ, ਕੁਝ ਤੱਥ, ਕੁਝ ਸਬੂਤ ਮਿਲਦੇ। ਇਹ ਫਾਈਲ ਨਹੀਂ ਲੱਭੀ। ਦੂਸਰੀ ਫਾਈਲ ਹੈ ਸਿੰਗਲਾ ਨੂੰ ਅਲਾਟਮੈਂਟ ਕਮੇਟੀ ਦਾ ਵੀ ਚੇਅਰਮੈਨ ਬਣਾਇਆ ਗਿਆ। ਇਹ ਦੋਵੇਂ ਫਾਈਲਾਂ ਇਸ ਵਕਤ ਗੁੰਮ ਨੇ। ਦੱਸਣਾ ਬਣਦਾ ਕਿ ਟੈਂਡਰ ਘੁਟਾਲਾ ਨਾ 100 ਦਾ, ਨਾ ਸੈਂਕੜਿਆਂ ਦਾ, ਨਾ ਹਜ਼ਾਰਾਂ ਦਾ, ਨਾ ਲੱਖਾਂ ਦਾ, ਕਈ ਹਜ਼ਾਰ ਕਰੋੜਾਂ ਦਾ ਹੈ। ਜਾਂਚ ਦਾ ਪਤਾ ਲੱਗਦੀ ਰਾਕੇਸ਼ ਸਿੰਗਲਾ ਵਿਦੇਸ਼ ਦੌੜਿਆ ਆਇਆ ਸੀ ਅਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਹਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਅਤੇ ਸਿੰਗਲਾ ਇਸ ਵਕਤ ਕੈਨੇਡਾ ਵਿੱਚ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਪਤਾ ਲੱਗਿਆ ਸੀ ਕਿ ਉਹਨੇ ਕੈਨੇਡਾ ਦੀ PR ਲੈ ਲਈ ਹੈ। ਟੈਂਡਰ ਘੁਟਾਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਦੀ ਟੀਮ ਨੇ ਦੱਸਿਆ ਕਿ ਦੋਵੇਂ ਫਾਈਲਾਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਤੋਂ ਮੰਗ ਲਈਆਂ ਸੀ। ਇਹਦੇ ਤੋਂ ਤਕਰੀਬਨ 1 ਹਫ਼ਤੇ ਬਾਅਦ ਤੱਕ ਤਲਾਸ਼ ਹੁੰਦੀ ਰਹੀ, ਜਾਂਚ ਪੜਤਾਲ ਅੰਦਰ ਕਰਦੇ ਰਹੇ ਕਿ ਫਾਈਲ ਮਿਲੇ ਤੇ ਫਾਈਲ ਮਿਲੇ। ਪਰ ਸਭ ਕੁਝ ਜਾਂਚ ਪੜਤਾਲ ਕਰਨ ਦੇ ਬਾਵਜੂਦ ਵੀ ਇਹ ਫਾਈਲਾਂ ਲੱਭ ਨਹੀਂ ਸਕੀਆਂ। ਫੂਡ ਸਪਲਾਈ ਵਿਭਾਗ ਦੇ ਅਫਸਰਾਂ ਦੇ ਮੁਤਾਬਕ ਇਹ ਫਾਈਲਾਂ ਨਾ ਮਿਲਣ ਤੋਂ ਬਾਅਦ ਸਾਰੇ ਕਰਮਚਾਰੀਆਂ ਤੋਂ ਸਰਟੀਫਿਕੇਟ ਲਏ ਜਾ ਰਹੇ ਨੇ ਕਿ ਫਾਈਲਾਂ ਲੱਭੀਆਂ ਨਹੀਂ। ਇਹਦੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਕੇਸ ਦਰਜ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਕਿ ਵਿਜੀਲੈਂਸ ਤੋਂ ਬਾਅਦ ਇਸ ਘੁਟਾਲੇ ਦੇ ਵਿੱਚ ਹੁਣ ਈਡੀ ਵੀ ਐਕਟਿਵ ਹੋ ਗਈ ਹੈ। ਈਡੀ ਨੇ ਵਿਜੀਲੈਂਸ ਵਿਭਾਗ ਨੂੰ ਚਿੱਠੀ ਲਿਖ ਕੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਉਹ ਸਾਰਾ ਬਿਊਰਾ, ਉਹ ਰਿਕਾਰਡ ਮੰਗ ਲਿਆ ਹੈ। ਈਡੀ ਹੁਣ ਇਸ ਮਾਮਲੇ ਦੇ ਵਿੱਚ ਪੈਸਿਆਂ ਦਾ ਜਿਹੜਾ ਜਿੱਥੇ ਕਿਤੇ ਵੀ ਲੈਣ ਦੇਣ ਹੋਇਆ ਹੈ ਉਹਦੀ ਜਾਂਚ ਕਰੇਗੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜੇ ਕਪੜਾ ਘੁਟਾਲਾ ਹੋਇਆ ਨਾ ਹੋਵੇ ਤਾਂ ਫਾਈਲਾਂ ਉੱਥੇ ਪਈਆਂ ਹੋਣ, ਫਾਈਲਾਂ ਬੋਲਣ ਕਿ ਨਾ ਪਈ, ਨਾ ਭਾਰਤ ਭੂਸ਼ਣ ਆਸ਼ੂ ਦੋਸ਼ੀ ਨਾ ਕੋਈ ਹੋਰ, ਪਰ ਫਾਈਲਾਂ ਗੁੰਮ ਹੋਣ ਦਾ ਇਸ਼ਾਰਾ ਕੀ ਕਰਦੀਆਂ ਨੇ? ਇਹਦਾ ਸੱਚ ਸਾਹਮਣੇ ਆ ਰਿਹਾ ਹੈ, ਇਹਦੀਆਂ ਪਰਤਾਂ ਦਿਨ ਪ੍ਰਤੀ ਦਿਨ ਖੁੱਲ ਰਹੀਆਂ ਨੇ। ਤੇ ਕੱਲ ਦੀ ਇੱਕ ਹੋਰ ਖਬਰ ਬਹੁਤ ਚਰਚਾ 'ਚ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਦੀ ਮੁਲਾਕਾਤ। ਇਸ ਮੁਲਾਕਾਤ ਦੇ ਵਕਤ ਕੈਪਟਨ ਅਮਰਿੰਦਰ ਦਾ ਪੁੱਤਰ ਰਣਿੰਦਰ ਸਿੰਘ ਵੀ ਉਹਨਾਂ ਦੇ ਨਾਲ ਸੀ। ਕੈਪਟਨ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਹਨਾਂ ਦੀ ਇਹ ਮੁਲਾਕਾਤ ਚੰਗੀ ਮੁਲਾਕਾਤ ਰਹੀ। ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਕਹਿੰਦੇ ਚਰਚਾ ਹੋਈ। ਇਸ ਦੌਰਾਨ ਪੰਜਾਬ ਅਤੇ ਮੁਲਕ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਲਿਆ। ਕੈਪਟਨ ਨੇ ਕਿਹਾ ਕਿ ਮੁਲਕ ਦੀ ਸੁਰੱਖਿਆ ਸਾਡੇ ਦੋਵਾਂ ਵਾਸਤੇ, ਭਾਵ ਕੈਪਟਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਵਾਸਤੇ ਹਮੇਸ਼ਾ ਪ੍ਰਮੁੱਖ ਵਿਸ਼ਾ ਰਿਹਾ ਹੈ। ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੁਲਾਕਾਤ ਤੋਂ ਬਾਅਦ
ਉਹਨਾਂ ਨੇ ਜਿਹੜੀ ਪਾਰਟੀ ਬਣਾਈ ਸੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਲੋਕ ਕਾਂਗਰਸ। ਪੰਜਾਬ ਲੋਕ ਕਾਂਗਰਸ ਤੇ ਭਾਜਪਾ ਦੇ ਵਿੱਚ ਰਲੇਵੇਂ ਦੀ ਚਰਚਾ ਤੇਜ਼ ਹੋ ਗਈ ਹੈ ਅਤੇ ਭਾਜਪਾ ਅਗਲੀ ਲੋਕ ਸਭਾ ਚੋਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਣੇ ਦਮਖਮ ਤੇ ਸਾਰੀਆਂ ਹੀ ਲੋਕ ਸਭਾ ਸੀਟਾਂ ਤੇ ਚੋਣ ਆਪ ਲੜਨਾ ਚਾਹੁੰਦੀ ਹੈ ਤੇ ਇਸ ਤਿਆਰੀ ਦੇ ਵਿੱਚ ਜੰਗੀ ਪੱਧਰ ਤੇ ਲੱਗੀ ਹੋਈ ਹੈ। ਦੱਸਣਾ ਬਣਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਕੁਝ ਸਮਾਂ ਪਹਿਲਾਂ ਬਰਤਾਨੀਆ ਦੇ ਵਿੱਚ ਜਾ ਕੇ ਆਪਣੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਵਾਇਆ ਸੀ। ਉੱਥੋਂ ਇਲਾਜ ਕਰਵਾ ਕੇ ਵਾਪਸ ਪਰਤੇ ਹੈ ਅਤੇ ਕਾਫੀ ਸਮਾਂ ਉਹ ਪੰਜਾਬ ਦੀ ਸਿਆਸੀ ਪਿੱਚ ਤੋਂ ਦੂਰ ਵੀ ਰਹੇ ਅਤੇ ਉਹਨਾਂ ਦੀ ਇਸ ਮੁਲਾਕਾਤ ਤੋਂ ਬਾਅਦ ਲੱਗਦਾ ਹੈ ਕਿ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਉਹ ਸਰਗਰਮ ਹੋਣ ਜਾ ਰਹੇ ਨੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਕੈਪਟਨ ਦੀ ਪੰਜਾਬ ਦੇ ਵਿੱਚ ਕੋਈ ਵੱਡੀ ਭੂਮਿਕਾ ਹੋ ਸਕਦੀ ਹੈ। ਇਸ ਮੁਲਾਕਾਤ ਦੇ ਵੱਖਰੇ ਵੱਖਰੇ ਮਾਇਨੇ ਕੱਢੇ ਜਾ ਰਹੇ ਨੇ। ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਕੈਪਟਨ ਨੇ ਜਦੋਂ ਕਾਂਗਰਸ ਛੱਡੀ, ਜਾਂ ਇਹ ਆਖੋ ਕਿ ਜਦੋਂ ਕਾਂਗਰਸ ਦੇ ਵਿੱਚੋਂ ਜ਼ਲੀਲ ਹੋਣ ਲੱਗਿਆ ਤੇ ਉਹਨਾਂ ਨੇ ਆਪਣੀ ਕੁਰਸੀ ਛੱਡੀ, ਉਹਦੇ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਈ ਸੀ ਤੇ ਉਸ ਨਵੀਂ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਹਨਾਂ ਨੇ ਤਿੰਨਾਂ ਪਾਰਟੀਆਂ ਨੇ ਇਕੱਠਿਆਂ ਹੋ ਕੇ ਗੱਠਜੋੜ ਵਿੱਚ ਲੜੀਆਂ ਸੀ। ਗੱਠਜੋੜ ਤਿੰਨ ਪਾਰਟੀਆਂ ਦਾ ਹੋਣ ਦੇ ਬਾਵਜੂਦ ਵੀ 117 ਦੇ ਵਿੱਚੋਂ 2 ਸੀਟਾਂ ਤੇ ਫਤਿਹ ਇਹਨਾਂ ਨੂੰ ਨਸੀਬ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਕੱਟਾ ਦਾਨ ਕਰਨ ਦੇ ਬਾਵਜੂਦ ਵੀ ਆਪਣੇ ਗੜ੍ਹ ਪਟਿਆਲੇ ਤੋਂ ਹਾਰ ਗਏ ਸਨ। ਹੁਣ ਇੱਕ ਵਾਰੀ ਫਿਰ ਤੋਂ ਚਰਚਾ ਹੈ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਵਿੱਚ ਵੱਡਾ ਦਾਅ ਖੇਡ ਸਕਦੀ ਹੈ, ਪਰ ਦੇਖਣਾ ਹੋਏਗਾ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸੱਚਮੁੱਚ ਗੇਮ ਇਹ ਪੈਂਦੀ ਹੈ ਜਾਂ ਨਹੀਂ। ਕੀ ਸੱਚਮੁੱਚ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਪੰਜਾਬ 'ਚ ਕੋਈ ਨਵੀਂ ਰੂਹ ਫੂਕ ਸਕਦੇ ਹੈ ਜਾਂ ਨਹੀਂ। ਕੀ ਪੰਜਾਬ ਦੇ ਲੋਕ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਕਰ ਸਕਦੇ ਹੈ ਜਾਂ ਨਹੀਂ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।